गौड़ी कबीर जी। गर्भ वास में कुल नहीं जाती, ब्रह्म बेंद ते सब उत्पाती। कहो रे पंडित बामन कब के हुए, बामन कह जन्म मत खोए। रहाओ जो तू ब्राह्मण ब्रह्मणी जाया, तौ आन बाट काहे नहीं आया। तुम कत ब्राह्मण हम कत सूद, हम कत लोहू तुम कत दूध। कहो कबीर जो ब्रह्म विचारे, सो ब्राह्मण कहियत है हमारे। कहो कबीर जो ब्रह्म विचारे, सो ब्राह्मण कहियत है हमारे। वाहिगुरु जी का खालसा, वाहिगुरु जी की फतेह। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ। ਗੌੜੀ ਰਾਗ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਇਹ ਪੰਜਵਾਂ ਸ਼ਬਦ ਸਾਧ ਸੰਗਤ ਜੀ ਆਪ ਜੀ ਨੇ ਮੂਲ ਪਾਠ ਵਿੱਚ ਸਰਵਣ ਕੀਤਾ ਹੈ। ਭਗਤ ਕਬੀਰ ਸਾਹਿਬ ਜੀ ਇਸ ਸ਼ਬਦ ਦੇ ਅੰਦਰ ਉਪਦੇਸ਼ ਕਰਦੇ ਹਨ। ਉਹਨਾਂ ਦੀ ਸੰਵਾਦ ਇੱਕ ਜਾਤੀ ਦੇ ਹੰਕਾਰ ਕਰਕੇ ਬ੍ਰਾਹਮਣ ਜੋ ਆਪਣੇ ਆਪ ਨੂੰ ਸਮਾਜ ਦੀ ਅਗਵਾਈ ਕਰਨ ਵਾਲਾ ਕਹਿ ਰਿਹਾ ਹੈ ਤੇ ਸ਼੍ਰੋਮਣੀ ਦੱਸਦਾ ਹੈ, ਉਸ ਦੀ ਇਸ ਧਾਰਨਾ ਨੂੰ ਖੰਡਨ ਕਰਨ ਵਾਸਤੇ ਉਹਨਾਂ ਨੇ ਇਹ ਸ਼ਬਦ ਉਚਾਰਨ ਕੀਤਾ ਹੈ। ਤਾਂ ਉਸ ਨੂੰ ਸਮਝਾਇਆ ਹੈ ਕਿ ਤੂੰ ਭਾਈ ਭੁੱਲਿਆ ਭਟਕਿਆ ਹੋਇਆ ਇਨਸਾਨ ਹੈ, ਤੇਰੇ ਅੰਦਰ ਕੋਈ ਬ੍ਰਾਹਮਣ ਨੂੰ ਜਾਣਨ ਵਾਲੀ ਕੋਈ ਗੱਲ ਹੈ ਨਹੀਂ। ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ, ਕਹੋ ਰੇ ਪੰਡਤ ਬਾਹਮਣ ਕਬ ਕੇ ਹੋਏ, ਕਿ ਇਹ ਪੰਡਤ ਮੈਨੂੰ ਇਹ ਦੱਸਣਾ ਕਰ ਤੂੰ ਬਾਹਮਣ ਕਦੋਂ ਦਾ ਹੋਇਆ। ਬਾਹਮਣ ਕਹਿ ਜਨਮ ਮਤ ਖੋਏ, ਆਪਣੇ ਆਪ ਨੂੰ ਬਾਹਮਣ ਕਹਿ ਕੇ ਆਪਣਾ ਜਨਮ ਅਜਾਈ ਨਾ ਗਵਾਉਣਾ ਕਰ। ਜੇ ਬ੍ਰਾਹਮਣ ਹੈ ਤਾਂ ਇਸ ਤਰ੍ਹਾਂ, ਕਿਉਂਕਿ ਇਹ ਗੱਲ ਮੰਨੀ ਜਾਂਦੀ ਹੈ ਕਿ ਬ੍ਰਾਹਮਣ ਸ਼ਬਦ ਜਿਹੜਾ ਹੈ ਇਹਨਾਂ ਨੇ ਬ੍ਰਹਮ ਤੋਂ ਕੱਢਿਆ ਹੈ ਤੇ ਬ੍ਰਹਮ ਦਾ ਅਰਥ ਹੈ ਜੋ, ਤੇ ਬ੍ਰਾਹਮਣ ਨੂੰ ਜੋ ਸ਼ਬਦ ਨੂੰ ਉਚਾਰਨ ਕੀਤਾ, ਬ੍ਰਹਮ ਦਾ ਅਰਥ ਪਰਮਾਤਮਾ ਹੈ ਤੇ ਬ੍ਰਾਹਮਣ ਬਣਾਇਆ ਵੀ ਪਰਮਾਤਮਾ ਨੂੰ ਜਾਣਨ ਵਾਲਾ। ਇਸ ਵਾਸਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ ਕਿ ਪਰਮਾਤਮਾ ਨੇ ਜਿੰਨੀ ਵੀ ਕਾਇਨਾਤ ਸਾਰੀ ਬਣਾਈ ਹੈ, ਪਰਮਾਤਮਾ ਨੇ ਵਰਨ ਵੰਡ ਨਹੀਂ ਬਣਾਈ। ਪਰਮਾਤਮਾ ਨੇ ਸਭ ਜੀਆਂ ਨੂੰ ਇੱਕੋ ਜਿਹਾ ਪੈਦਾ ਕੀਤਾ, ਨਾ ਉਹਨੇ ਕਿਸੇ ਨਾਲ ਭੇਦਭਾਵ ਕੀਤਾ ਹੈ। ਭਗਤ ਕਬੀਰ ਸਾਹਿਬ ਜੀ ਉਸ ਬ੍ਰਾਹਮਣ ਨੂੰ ਸਮਝਾਉਣ ਵਾਸਤੇ ਆਪਣੇ ਮਤ ਮੁਤਾਬਕ ਤਰਕ ਦੇ ਕੇ ਸਮਝਾਉਂਦੇ ਹਨ ਕਿ ਫਰਮਾਨ ਕੀਤਾ ਹੈ ਭਗਤ ਕਬੀਰ ਸਾਹਿਬ ਜੀ ਨੇ, ਗਰਭਵਾਸ ਮੈਂ ਕੁਲ ਨਹੀਂ ਜਾਤੀ। ਜਦੋਂ ਬੰਦਾ ਮੁੱਢ ਤੇ ਆਰੰਭ ਤੇ ਸਰੀਰ ਦੀ ਸਿਰਜਣਾ ਹੁੰਦੀ ਹੈ ਤੇ ਮਾਤਾ ਦੇ ਉਰਦ ਦੇ ਵਿੱਚ ਸਰੀਰ ਦੀ ਘਾੜਤ ਘੜੀ ਜਾਂਦੀ, ਪਰ ਜਦੋਂ ਗਰਭ ਦੇ ਕੁੰਡ ਦੇ ਵਿੱਚ ਹੁੰਦਾ ਉਦੋਂ ਤਾਂ ਉਹਦੀ ਕੋਈ ਕੁੱਲ ਜਾਣੀ ਨਹੀਂ ਜਾਂਦੀ ਵੀ ਇਹ ਕਿਹੜੀ ਕੁੱਲ ਦਾ। ਉਦੋਂ ਤਾਂ ਉਹਦੀ ਕੁੱਲ ਦੀ ਜਾਤੀ ਦੀ ਪਹਿਚਾਣ ਹੁੰਦੀ ਨਹੀਂ। ਇਸ ਵਾਸਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਬ੍ਰਹਮ ਬਿੰਦ ਤੇ ਸਭ ਉਤਪਾਤੀ। ਜਿੰਨੇ ਵੀ ਸ੍ਰਿਸ਼ਟੀ ਆ, ਅਸੀਂ ਤੁਸੀਂ ਜਿੰਨੇ ਜੀਵ ਆ, ਸਾਰੇ ਬ੍ਰਹਮ ਦੀ ਅੰਸ਼ ਤੋਂ ਹੀ ਪੈਦਾ ਹੁੰਦੇ ਤੇ ਇਸ ਵਾਸਤੇ ਤੁਸੀਂ ਬ੍ਰਾਹਮਣ ਕਿਵੇਂ ਵਿਸ਼ੇਸ਼ ਹੋ ਗਏ, ਸਾਰੇ ਹੀ ਬ੍ਰਹਮ ਤੋਂ ਪੈਦਾ ਹੁੰਦੇ ਹਨ। ਕਹੋ ਰੇ ਪੰਡਤ ਬਾਹਮਣ ਕਬ ਕੇ ਹੋਏ। ਇਸ ਵਾਸਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਮੈਨੂੰ ਇਹ ਦੱਸਣਾ ਕਰ ਤੂੰ ਬ੍ਰਾਹਮਣ ਕਦੋਂ ਦਾ ਹੋ ਗਿਆ। ਸਾਰੇ ਤਾਂ ਇਸੇ ਇੱਕ ਪ੍ਰਕਾਰ ਨਾਲ ਮਾਤਾ ਦੇ ਉਦਰ ਦੇ ਵਿੱਚੋਂ ਹੀ ਜਨਮ ਲੈਂਦੇ ਹਨ। ਅਸੀਂ ਵੀ ਉਦਰ ਤੋਂ ਹੀ ਜਨਮ ਲਿਆ, ਤੁਸੀਂ ਵੀ ਮਾਤਾ ਦੇ ਉਦਰ ਤੋਂ ਹੀ ਜਨਮ ਲਿਆ। ਬਾਹਮਣ ਕਹਿ ਜਨਮ ਮਤ ਹੋਏ।
ਇਸ ਵਾਸਤੇ ਜਿਹੜੀ ਚੀਜ਼ ਸੰਸਾਰ ਦੇ ਉੱਤੇ ਆ ਕੇ ਸਮਝਣ ਵਾਲੀ ਹੈ, ਪਰਮਾਤਮਾ ਬ੍ਰਹਮ ਨੂੰ ਸਮਝਣ ਵਾਲੀ ਹੈ, ਇਸ ਵਾਸਤੇ ਆਪਣੀਆਂ ਹੀ ਬਣਾਈਆਂ ਹੋਈਆਂ ਧਾਰਨਾ ਮੁਤਾਬਕ ਮੈਂ ਬਾਹਮਣ ਦੇ ਘਰ ਜੰਮਿਆ ਤੇ ਮੈਂ ਬ੍ਰਹਮ ਨੂੰ ਜਾਣ ਲਿਆ। ਇਸ ਵਾਸਤੇ ਕਹਿੰਦੇ ਇਹ ਗੱਲ ਨੂੰ ਆਪਣੇ ਮਨ ਦੇ ਵਿੱਚ ਇਹ ਕਰਕੇ ਨਾ ਆਪਣਾ ਜਨਮ ਗਵਾ ਲਈ ਵੀ ਮੈਂ ਬਾਹਮਣ ਦੇ ਘਰ ਜੰਮਿਆ। ਬ੍ਰਹਮ ਬਹੁਤ ਵੱਡਾ, ਉਹਨੂੰ ਜਾਣਨ ਦੇ ਵਾਸਤੇ ਵਰਨ ਵੰਡ ਦਾ ਭੇਦ ਵੀ ਛੱਡਣਾ ਪੈਂਦਾ। ਉਹਦੇ ਵਾਸਤੇ ਆਤਮਕ ਬੋਧ ਦੀ ਜੀਵਨ ਦੀ ਕਮਾਈ ਦੀ ਲੋੜ ਹੈ। ਤੇ ਫਰਮਾਨ ਕਰਦੇ ਹਨ ਭਗਤ ਕਬੀਰ ਸਾਹਿਬ ਜੀ, ਜੋ ਤਉ ਬ੍ਰਾਹਮਣ ਬ੍ਰਾਹਮਣੀ ਜਾਇਆ, ਤਉ ਆਨ ਬਾਟ ਕਾਹੇ ਨਹੀਂ ਆਇਆ। ਜੇ ਤੂੰ ਬ੍ਰਾਹਮਣ ਹੈ ਤੇ ਤੈਨੂੰ ਬ੍ਰਾਹਮਣੀ ਨਹੀਂ ਜਨਮਿਆ, ਮਾਤਾ ਦੇ ਉਦਰ ਤੋਂ ਹੀ ਤੇਰਾ ਜਨਮ ਹੋਇਆ, ਜਿਸ ਤਰ੍ਹਾਂ ਨਾਲ ਸਾਡਾ ਹੋਇਆ ਸ਼ੂਦਰਾਂ ਦਾ, ਜਿਨ੍ਹਾਂ ਨੂੰ ਤੁਸੀਂ ਨੀਵੀਂ ਜਾਤੀ ਦੇ ਕਹਿ ਦਿੰਦੇ ਹੋ। ਤੇ ਫਿਰ ਜੇ ਤੂੰ ਬ੍ਰਾਹਮਣ ਹੈ ਤੇ ਫਿਰ ਤੂੰ ਮਾਤਾ ਦੇ ਉਦਰ ਦਾ ਕਸ਼ਟ ਕਿਉਂ ਸਹਾਰਿਆ? ਤੇਰਾ ਦੁਨੀਆ ਦੇ ਆਉਣ ਦੇ ਰਸਤਾ ਜਿਹੜਾ ਸੀ ਉਹ ਇੰਨਾ ਕਸ਼ਟ ਵਾਲਾ ਕਿਉਂ ਹੋਇਆ? ਫਿਰ ਤੂੰ ਕਿਸੇ ਹੋਰ ਰਸਤੇ ਕਿਉਂ ਨਹੀਂ ਆ ਗਿਆ? ਤੇਰਾ ਦੁਨੀਆ ਦੇ ਉੱਤੇ ਆਉਣ ਦਾ ਰਸਤਾ ਕੋਈ ਹੋਰ ਕਿਉਂ ਨਾ ਹੋਇਆ? ਇਸ ਵਾਸਤੇ ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ। ਇਸ ਵਾਸਤੇ ਤੁਸੀਂ ਕਿਸ ਤਰ੍ਹਾਂ ਨਾਲ ਬ੍ਰਾਹਮਣ ਹੋ ਤੇ ਅਸੀਂ ਕਿਸ ਤਰ੍ਹਾਂ ਨਾਲ ਸ਼ੂਦਰ ਹਾਂ, ਇਹਦਾ ਥੋੜ੍ਹਾ ਭੇਦ ਵੀ ਦੱਸਣਾ ਕਰੋ। ਕਿਉਂਕਿ ਇੱਕ ਹੀ ਮਾਤਾ ਦੇ ਉਦਰ ਦੇ ਰਾਹੀਂ ਤੁਸੀਂ ਜਨਮੇ, ਅਸੀਂ ਜਨਮੇ, ਤੇ ਤੁਸੀਂ ਬ੍ਰਾਹਮਣ ਕਿਵੇਂ ਹੋ ਗਏ ਤੇ ਅਸੀਂ ਸ਼ੂਦਰ ਕਿਵੇਂ ਹੋ ਗਏ? ਤੇ ਇਸ ਕਰਕੇ ਹਮ ਕਤ ਲੋਹੂ ਤੁਮ ਕਤ ਦੂਧ। ਤੇ ਫਿਰ ਸਾਡੇ ਸਰੀਰ ਦੇ ਵਿੱਚ ਖੂਨ ਆ ਤੇ ਤੁਹਾਡੇ ਸਰੀਰ ਦੇ ਵਿੱਚ ਵੀ ਖੂਨ ਹੈ, ਮੇਰੇ ਸਰੀਰ ਦੇ ਵਿੱਚੋਂ ਵੀ ਲਹੂ ਹੈ ਤੇ ਤੁਹਾਡੇ ਵਿੱਚ ਵੀ ਲਹੂ ਹੈ। ਜੇ ਤੁਸੀਂ ਬ੍ਰਾਹਮਣ ਹੋ, ਸਾਡੇ ਨਾਲੋਂ ਸ੍ਰੇਸ਼ਟ ਹੋ, ਫਿਰ ਤੇ ਸਾਡੇ ਸਰੀਰ ਦੇ ਵਿੱਚ ਤੇ ਲਹੂ ਹੋਵੇ ਤੇ ਤੁਹਾਡੇ ਵਿੱਚ ਦੁੱਧ ਪੈਦਾ ਹੋਣਾ ਚਾਹੀਦਾ, ਫਿਰ ਤਾਂ ਕੁਝ ਵਖਰੇਵਾ ਹੋਣਾ ਚਾਹੀਦਾ। ਆਏ ਵੀ ਇੱਕੇ ਰਸਤੇ ਥਾਣੀ, ਇਸ ਸੰਸਾਰ ਤੋਂ ਜਾਣਾ ਵੀ ਇਸੇ ਤਰ੍ਹਾਂ ਹੀ ਹੈ। ਤੇ ਫਿਰ ਸਾਡੇ ਤੁਹਾਡੇ ਸਰੀਰ ਦੇ ਵਿੱਚ ਵੀ ਕੋਈ ਨਾ ਕੋਈ ਆਉਣ ਦਾ ਜਾਂ ਸਰੀਰ ਦੀ ਬਣਤਰ ਦਾ ਫਰਕ ਹੋਣਾ ਚਾਹੀਦਾ। ਭਗਤ ਕਬੀਰ ਸਾਹਿਬ ਜੀ ਇਸ ਵਾਸਤੇ ਬਾਹਮਣ ਨੂੰ ਸਮਝਾ ਕੇ ਕਿਹਾ, ਕਹੋ ਕਬੀਰ ਜੋ ਬ੍ਰਹਮ ਵਿਚਾਰੈ, ਸੋ ਬ੍ਰਾਹਮਣ ਕਹੀਅਤ ਹੈ ਹਮਾਰੈ। ਇਹ ਕਰਕੇ ਵਰਨ ਵੰਡ ਕਰਕੇ ਨਹੀਂ ਇਨਸਾਨ ਨਾਲ ਭੇਦ ਕੀਤਾ ਜਾ ਸਕਦਾ। ਕੋਈ ਇਨਸਾਨ ਬ੍ਰਹਮ ਦੀ ਵਿਚਾਰ ਕਰਦਾ, ਕੋਈ ਨਹੀਂ ਕਰਦਾ। ਜਿਹੜਾ ਕਰਦਾ ਹੈ ਉਹ ਭਾਗਾਂ ਵਾਲਾ ਹੈ। ਜਿਹਨੇ ਬ੍ਰਹਮ ਦੀ ਵਿਚਾਰ ਕੀਤੀ ਹੈ ਉਹ ਆਪਣੇ ਜੀਵਨ ਨੂੰ ਸਫਲਾ ਕਰਦਾ ਹੈ। ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਮੇਰੀ ਇਹ ਧਾਰਨਾ, ਜਿਹੜਾ ਬ੍ਰਹਮ ਦੀ ਵਿਚਾਰ ਕਰਦਾ, ਜਿਹੜਾ ਪਰਮਾਤਮਾ ਦੀ ਖੋਜ ਭਾਲ ਦੇ ਵਿੱਚ ਨਿਕਲਦਾ, ਉਹਦਾ ਚਿੰਤਨ ਕਰਦਾ ਹੈ ਤੇ ਉਹਨੂੰ ਸਮਝਦਾ ਹੈ, ਸੋ ਬ੍ਰਾਹਮਣ ਕਹੀਅਤ ਹੈ ਹਮਾਰੇ। ਸਾਡੇ ਵਾਸਤੇ ਉਹ ਬ੍ਰਾਹਮਣ ਹੈ, ਅਸੀਂ ਉਹਨੂੰ ਆਦਰ ਵੀ ਦਿੰਦੇ ਹਾਂ। ਜਿਹਨੇ, ਜੋ ਪਰਮਾਤਮਾ ਨੇ, ਜਿਸ ਦੀ ਅੰਸ਼ ਤੋਂ ਹੀ ਜਨਮੇ ਸਾਂ ਤੇ ਜਿਨ੍ਹਾਂ ਨੇ ਉਹਨੂੰ ਸਮਝ ਲਿਆ ਹੈ, ਉਹਦੀ ਵਿਚਾਰ ਕੀਤੀ ਹੈ, ਉਹਦੇ ਸਰੂਪ ਦੇ ਵਿੱਚ ਲੀਨ ਹੋਏ ਹਨ, ਸਾਡੇ ਵਾਸਤੇ ਉਹ ਸ਼ਖਸੀਅਤਾਂ ਜਿਹੜੀਆਂ ਹਨ ਉਹ ਆਦਰਯੋਗ ਹਨ। ਅਸੀਂ ਉਹਨਾਂ ਦਾ ਆਪਣੇ ਦਿਲ ਤੋਂ ਸਨਮਾਨ ਕਰਦੇ ਹਾਂ। ਪਰ ਜਿਨ੍ਹਾਂ ਨੇ ਕਦੇ ਬ੍ਰਹਮ ਦੀ ਵਿਚਾਰ ਨਹੀਂ ਕੀਤੀ, ਨਾ ਬ੍ਰਹਮ ਨੂੰ ਜਾਣਿਆ ਹੈ, ਨਾ ਉਹਨਾਂ ਨੂੰ ਬ੍ਰਹਮ ਦਾ ਭੇਦ ਹੈ, ਨਾ ਉਹਨਾਂ ਦੇ ਮਨ ਦੇ ਅੰਦਰ ਨਾ ਬ੍ਰਹਮ ਦੀ ਪ੍ਰੇਮਾ ਭਗਤੀ ਹੈ, ਨਾ ਉਹਨਾਂ ਦੇ ਅੰਦਰ ਬ੍ਰਹਮ ਦੀ ਸੇਵਾ ਪ੍ਰਤੀ ਕੋਈ ਗੁਣ ਹੈ, ਤੇ ਉਹ ਇੱਕ ਬ੍ਰਾਹਮਣ ਬਣਾਈ ਹੋਈ ਵਰਨ ਵੰਡ ਦੇ ਘਰ, ਉਸ ਘਰ ਵਿੱਚ ਜਨਮ ਹੋ ਕੇ ਆਪਣੇ ਆਪ ਨੂੰ ਸ੍ਰੇਸ਼ਟ ਸਮਝ ਲੈਣ ਲੱਗ ਪੈਂਦੇ ਨੇ। ਤੇ ਮੈਂ ਸਮਝਦਾ ਹਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹ ਆਪਣਾ ਜਨਮ ਜਿਹੜਾ ਵਿਅਰਥ ਗਵਾ ਰਹੇ ਨੇ। ਕਿਉਂਕਿ ਜੇ ਤੁਸੀਂ ਜਿਹਨੇ ਭੇਜਿਆ ਉਹਨੂੰ ਨਹੀਂ ਜਾਣਿਆ ਤੇ ਆਪਣੇ ਆਪ ਨੂੰ ਮਹਾਨ ਕਹੋ, ਦੂਸਰਿਆਂ ਨਾਲੋਂ ਸ੍ਰੇਸ਼ਟ ਕਹੋ, ਇਵੇਂ ਆਪਣਾ ਜਨਮ ਅਜਾਈ ਨਾ ਗਵਾਓ। ਆਪਣੇ ਜੀਵਨ ਨੂੰ ਜੇ ਚੰਗਾ ਬਣਾਉਣਾ ਹੈ ਤੇ ਉਸ ਬ੍ਰਹਮ ਨੂੰ ਜਾਣਨ ਵਾਸਤੇ ਉਹਦੀ ਵਿਚਾਰ ਕਰੋ। ਫਿਰ ਤੁਸੀਂ ਹੋਰ ਕਿਸੇ ਵਿਅਕਤੀ ਨਾਲ ਵਰਨ ਵੰਡ ਤੌਰ 'ਤੇ ਈਰਖਾ ਵੀ ਨਹੀਂ ਕਰ ਸਕੋਗੇ।
ਕਿਉਂਕਿ ਤੁਹਾਡੇ ਅੰਦਰ ਸਤਿਗੁਣ ਵਾਸ ਕਰ ਜਾਣਗੇ। ਭਗਤ ਕਬੀਰ ਸਾਹਿਬ ਜੀ ਨੇ ਇਸ ਤਰ੍ਹਾਂ ਦੇ ਨਾਲ ਵਰਨ ਵੰਡ ਦਾ ਖੰਡਨ ਕੀਤਾ ਕਿ ਸਭ ਲੋਕਾਈ ਸ੍ਰਿਸ਼ਟੀ ਇੱਕ ਪਰਮਾਤਮਾ ਦੀ ਬਣਾਈ ਹੋਈ ਹੈ। ਭੁੱਲ ਚੁੱਕ ਦੀ ਖਿਮਾ। ਗੁਰੂਦੇਵ ਤੇ ਗੁਰੂ ਕੀਆਂ ਸੰਗਤਾਂ ਦਾ ਧੰਨਵਾਦ। ਸਾਧ ਸੰਗਤ ਜੀ, ਮਿਲ ਕਰਕੇ ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।